ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਅੱਜ ਅਸੀਂ ਪਹੁੰਚੇ ਹੋਏ ਹਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਜਿੱਥੇ ਡਾਕਟਰ ਅੰਬੇਡਕਰ ਸਿੰਪੋਜ਼ੀਅਮ ਔਨ ਇਮੈਂਸੀਪੇਸ਼ਨ ਕੀਤਾ ਜਾ ਰਿਹਾ। ਇਸ 2026 ਡਾਕਟਰ ਅੰਬੇਦਕਰ ਬਾਬਾ ਸਾਹਿਬ ਦੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ, ਉਹਨਾਂ ਦੇ ਸਿਧਾਂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਕਾਸਟ ਨਹੀਂ, ਕੋਈ ਰਿਲੀਜਨ ਨਹੀਂ, ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਬੈਰੀਅਰ ਨਹੀਂ, ਉਸ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਅੱਜ ਕੈਨੇਡਾ ਦੇ ਵਿੱਚ ਵੀ ਇਹ ਗੱਲ ਹੋ ਰਹੀ ਹੈ ਕਿ ਕਾਸਟ ਬੈਰੀਅਰ ਮਿਟਾਏ ਜਾਣੇ ਚਾਹੀਦੇ ਆ, ਚਾਹੇ ਉਹ ਸੋਸ਼ਲ ਹੈ, ਚਾਹੇ ਉਹ ਇਕੋਨਮਿਕ ਹੈ। 2 ਰੋਜ਼ਾ ਇਹ ਜਿਹੜੀ ਕਾਨਫਰੰਸ ਹੋਈ ਹੈ, ਜਿਸ ਦੇ ਵਿੱਚ ਬਹੁਤ ਸਾਰੇ ਪੈਨਲਿਸਟ ਪਹੁੰਚੇ ਹੋਏ ਨੇ, ਸਪੀਕਰ ਪਹੁੰਚੇ ਹੋਏ ਨੇ ਅਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਜਿਹੜੀ ਗੱਲ ਕਰਨ ਦੇ ਲਈ ਪਹੁੰਚੇ ਹੋਏ ਨੇ, ਤਾਂ ਕਿ ਬਾਬਾ ਸਾਹਿਬ ਦੀ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਯਾਦ ਕੀਤਾ ਜਾਵੇ ਅਤੇ ਨਾਲ ਨਾਲ ਸੋਸ਼ਲ ਅਵੇਅਰਨੈਸ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਵੇ। ਚੇਤਨਾ ਫਾਊਂਡੇਸ਼ਨ ਦੇ ਦੁਆਰਾ ਇਹ ਪ੍ਰੋਗਰਾਮ ਜਿਹੜਾ ਉਹ ਕਰਵਾਇਆ ਗਿਆ ਅਤੇ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਝ ਹੈ, ਕੌਣ ਕੌਣ ਪਹੁੰਚਿਆ ਹੋਇਆ, ਆਓ ਕਰਦੇ ਹਾਂ ਗੱਲਬਾਤ। ਚੇਤਨਾ ਫਾਊਂਡੇਸ਼ਨ ਵੱਲੋਂ ਇਸ ਸਾਲ ਇਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। 2 ਦਿਨਾਂ ਦਾ ਇਹ ਪ੍ਰੋਗਰਾਮ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਆਈਆਂ ਹੋਈਆਂ ਨੇ। ਚੇਤਨਾ ਫਾਊਂਡੇਸ਼ਨ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੁਰਜੀਤ ਬੈਂਸ ਮੇਰੇ ਨਾਲ ਨੇ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਇਸ ਪ੍ਰੋਗਰਾਮ 'ਤੇ ਰਿਕਾਰਡ ਕਰਨ ਵਾਲੇ। ਸੋ ਇਸ ਪ੍ਰੋਗਰਾਮ ਦੇ ਬਾਰੇ ਸਾਨੂੰ, ਸਾਡੇ ਵਿਊਅਰਸ ਨੂੰ ਥੋੜ੍ਹਾ ਜਿਹਾ ਦੱਸੋ। ਓਕੇ, ਇਹ ਪ੍ਰੋਗਰਾਮ ਜਿਹੜਾ ਹੈ ਚੇਤਨਾ ਐਸੋਸੀਏਸ਼ਨ ਵੱਲੋਂ ਹਰ 3 ਸਾਲ ਬਾਅਦ ਕੀਤਾ ਜਾਂਦਾ ਸਿੰਪੋਜ਼ੀਅਮ, ASE ਅੰਬੇਡਕਰ ਸਿੰਪੋਜ਼ੀਅਮ ਔਨ ਐਮੈਂਸੀਪੇਸ਼ਨ। ਪਹਿਲਾਂ ਅਸੀਂ 2023 ਵਿੱਚ ਕੀਤਾ ਸੀ ਅਤੇ ਹੁਣ 2026 ਵਿੱਚ ਕੀਤਾ ਹੈ। ਇਹ 2 ਦਿਨ ਦਾ ਹੈ। ਇਹ ਐਕਚੁਅਲੀ ਇਟਸ ਔਨ ਬੇਸਡ ਔਨ ਦਾ ਕਾਸਟ ਬੈਰੀਅਰ ਵਿਚ ਇਜ਼ creating through economically and often politically ਔਰ ਇਕੁਐਲਿਟੀ ਬੇਸਿਸ 'ਤੇ, ਉਹਦੇ ਬੇਸ 'ਤੇ ਹੀ ਕੀਤਾ ਜਾ ਰਿਹਾ। ਅਤੇ ਕੱਲ੍ਹ ਸੀਗਾ 15th, ਕੱਲ੍ਹ SFU 'ਚ ਹੋਇਆ ਸੀਗਾ। ਵਾਸ ਗੁੱਡ ਡਿਸਕਸ਼ਨ, ਪਾਵਰਫੁਲ ਡਿਸਕਸ਼ਨ ਹੋਈ ਸੀ। ਤਾਂ ਸਾਡਾ ਮੇਨ ਮੋਟਿਵ ਐਕਚੁਅਲੀ ਹੈ, ਅਸੀਂ ਚਾਹੁੰਦੇ ਹੈਗੇ ਹਾਂ ਵੀ ਜਿਹੜੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਕੋਈ ਵੀ ਨਹੀਂ ਹੋਣੀ ਚਾਹੀਦੀ, ਪਰ ਸਪੈਸ਼ਲੀ ਜੇ ਕਾਸਟ ਬੇਸਡ ਹੋ ਰਹੀ ਹੈ ਅਤੇ ਆਪਾਂ ਉਸ ਨੂੰ ਕਿਵੇਂ ਰੈਡੀਕੇਟ ਕਰਨਾ, ਜਾਂ ਸਾਡੇ BC ਦੇ ਜਿਹੜੇ ਪਾਲਿਸੀ ਮੇਕਰ ਹੈਗੇ, ਲਾਜ਼ ਹੈ, ਉਹ ਕਿੱਦਾਂ ਦੇ ਸੇਫਗਾਰਡ ਲੈ ਕੇ ਆਉਣ ਤਾਂ ਕਿ ਇਸ ਚੀਜ਼ ਨੂੰ ਆਪਾਂ ਅਵੋਇਡ ਕਰ ਸਕੀਏ। ਆਪਾਂ ਚਾਹੁੰਦੇ ਹਾਂ ਸਾਰੀ ਕਮਿਊਨਿਟੀਜ਼ ਇੱਕ ਜਿਹੜੀ ਹੈਗੀ ਆ ਉਹ ਇੱਕ ਬੜੇ ਫੀਲ ਫਰੀ ਇਨਵਾਇਰਮੈਂਟ ਦੇ ਵਿੱਚ ਉਹ ਰਿਸਪੈਕਟਫੁਲੀ ਇੱਕ ਦੂਜੇ ਨਾਲ ਆਪਣੀ ਡਿਗਨਿਟੀ ਨਾਲ ਰਹਿਣ। ਇਹੀ ਮੇਨ ਮਕਸਦ ਹੈਗਾ। ਤਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਸਾਡੇ MLAs NDP ਕੌਕਸ ਤੋਂ ਆਏ ਹੋਏ ਨੇ। ਸੋ ਵੀ ਆਪਾਂ ਉਹ ਵੀ ਇਸ ਗੱਲ ਨੂੰ ਲੋਕਾਂ ਦੇ ਜੋ ਕੁਐਸਚਨ ਹੈਗੇ ਆ ਉਹ ਸੁਣਨਗੇ, ਤਾਂ ਕਿ ਜਿਹੜੀ ਕਿਸੇ ਨੂੰ ਪ੍ਰੋਬਲਮ ਆਉਂਦੀ, ਕਿਉਂਕਿ ਕਾਸਟ ਜਿਹੜਾ ਹੈਗਾ ਇੱਕ ਕਿੱਦਾਂ ਟਰੋਮਾ ਹੈ, ਜਦੋਂ ਲੋਕ ਨੈਚੁਰਲੀ ਉਹ ਕਈ ਵਾਰੀ ਅਪ ਫਰੰਟ 'ਤੇ ਗੱਲ ਵੀ ਨਹੀਂ ਕਰਨਾ ਚਾਹੁੰਦੇ, ਕਿਉਂਕਿ BC ਟ੍ਰਿਬਿਊਨਲ ਕੋਡ ਹੈਗਾ, ਉਹਨਾਂ ਦੇ ਕੋਲ ਕੋਈ ਇੱਦਾਂ ਦਾ ਪਾਲਿਸੀ ਹੈ ਨਹੀਂ ਤਾਂ ਕਿ ਉਹ ਕੁਛ ਜਾ ਕੇ ਆਪਣਾ ਰਿਕਾਰਡ ਕਰਾ ਸਕਣ, ਦੱਸ ਸਕਣ, ਰਿਪੋਰਟ ਕਰਾ ਸਕਣ। ਜੀ। ਐਂਡ ਚੇਤਨਾ ਫਾਊਂਡੇਸ਼ਨ ਦੇ ਨਾਲ ਤੁਸੀਂ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ? ਮੈਂ ਚੇਤਨਾ ਐਕਚੁਅਲੀ 99 'ਚ ਬਣੀ ਸੀ, ਪਰ ਮੈਨੂੰ 14 years ਆਲਮੋਸਟ ਹੋ ਗਏ ਆ ਐਜ਼ ਏ ਕੈਸ਼ੀਅਰ ਜੋਬ ਕਰਦਿਆਂ ਨੂੰ। ਅਤੇ ਇਹੋ ਜਿਹੇ ਅਸੀਂ ਜਿਹੜੇ ਅਵੇਅਰਨੈਸ ਹੈਗੇ ਆ, ਸਿੰਪੋਜ਼ੀਅਮ ਜ਼ਿਆਦਾ ਸਾਡਾ ਮੋਸਟਲੀ ਹੁੰਦਾ ਸਾਰੇ ਇਨਕਲੂਸਿਵ, ਸਾਰੀ ਸੁਸਾਇਟੀ ਨੂੰ ਨਾਲ ਲੈ ਕੇ, ਨਾਟ ਓਨਲੀ ਆਪਾਂ ਆਏ ਹਾਂ ਵੀ ਜਿਹੜੇ ਕਿਸੇ ਨੂੰ ਵੀ ਡਿਸਕ੍ਰਿਮੀਨੇਸ਼ਨ ਹੋ ਸਕਦੀ, ਕਿਸੇ ਤਰ੍ਹਾਂ ਦੀ ਅਵੇਅਰਨੈਸ ਹੋਵੇ, ਐਜੂਕੇਸ਼ਨ, ਕਾਸਟ ਬੇਸਡ, ਜੈਂਡਰਸ ਜਾਂ ਉਹਦੀ ਗੱਲ ਆਪਾਂ ਟਰਾਈ ਕਰਦੇ ਹਾਂ ਕਰਨ ਦੀ। ਅਤੇ ਕਿਸੇ ਨੂੰ ਕਿਸੇ ਬੈਰੀਅਰ ਦੇ ਵਿੱਚ ਨਾ ਜਿਉਣਾ ਪਵੇ, ਫੁੱਲੀ ਉਹ ਆਪਣੀ ਲਾਈਫ ਜਿਹੜੀ ਜਿਉ ਸਕਣ। ਅਤੇ ਤੁਹਾਡੇ ਵੱਲੋਂ ਹਮੇਸ਼ਾ ਇਸ ਤਰ੍ਹਾਂ ਦੇ ਵਿਜ਼ਨਰੀ ਪ੍ਰੋਗਰਾਮ ਲੈ ਕੇ ਆਉਂਦੇ ਜਾਂਦੇ ਆ। ਸੋ ਵਿਜ਼ਨ ਦੇ ਬਾਰੇ ਗੱਲ ਕਰੀਏ ਤਾਂ ਫਿਊਚਰ ਦੇ ਵਿੱਚ ਕੀ ਵਿਜ਼ਨ ਲੈ ਕੇ ਚੱਲ ਰਹੇ ਹੋ? ਹਾਂ, ਵਿਜ਼ਨ ਸੇਮ ਇਹੀ ਹੈ ਜੀ। ਆਪਾਂ ਚਾਹੁੰਦੇ ਹਾਂ ਅਵੇਅਰਨੈਸ ਹੋਣੀ ਚਾਹੀਦੀ ਹੈਗੀ ਆ, ਉਹ ਅਵੇਅਰਨੈਸ ਇਸ ਟੌਪਿਕ 'ਤੇ, ਤਾਂ ਕਿ ਹਰ ਇੱਕ ਬੰਦਾ ਜਿਹੜਾ ਹੈਗਾ, ਜਿੱਦਾਂ ਮੈਂ ਪਹਿਲਾਂ ਕਿਹਾ, ਉਹ ਹਰ ਆਪਣੀ ਡਿਗਨਿਟੀ, ਰਿਸਪੈਕਟ ਨਾਲ ਜੀ ਸਕੇ। ਮੋਰ ਓਵਰ ਆਪਾਂ ਐਜੂਕੇਸ਼ਨ ਚਾਹੁੰਦੇ ਹੈਗੇ ਹਾਂ ਅਤੇ ਗੁੱਡ ਲਾਜ਼ ਚਾਹੁੰਦੇ ਹਾਂ, ਜਿਹਦੇ ਵਿੱਚ ਹਰ ਇੱਕ ਬੰਦਾ ਆਪਣੇ ਫੀਲ ਫਰੀ ਉਹ ਜੀਉ ਸਕੇ। ਐਨੀ ਮੈਸੇਜ ਐਟ ਦ ਐਂਡ? ਥੈਂਕ ਯੂ ਵੈਰੀ ਮਚ ਫॉर ਤੁਸੀਂ ਆਏ ਹੈਗੇ ਰਿਕਾਰਡ ਕਰਨ ਲਈ, ਕਿਉਂਕਿ ਮੀਡੀਆ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਮੀਡੀਆ ਦੇ ਨਾਲ ਹੀ ਜਿਹੜੀ ਗੱਲ ਇੱਥੇ ਹੋ ਰਹੀ ਉਹ ਸਪਰੈਡ ਹੋ ਕੇ ਲੋਕਾਂ ਤੱਕ ਜਾਵੇਗੀ। ਇਟਸ ਨੋਟ ਆਲ, ਮੈਂ ਇਹੀ ਕਹਿਣਾ, ਹਰ ਲੋਕ ਸਾਰੀ ਸੁਸਾਇਟੀਆਂ ਦੇ ਵਿੱਚ, ਕਮੇਟੀਆਂ 'ਚ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਦੇ ਆਰ ਆਲ ਗੁੱਡ ਪੀਪਲ ਟੂ, ਬਟ ਜਸਟ ਓਨਲੀ ਅਵੇਅਰਨੈਸ ਆ ਜਿਹੜਾ ਵੀ ਜਿੰਨਾ ਕੋਈ ਲੈ ਸਕਦਾ ਹੈ, ਉਹਦੇ ਲਈ ਇਹ ਚੰਗੀ ਗੱਲ ਹੈ। ਥੈਂਕ ਯੂ, ਰੀਅਲੀ ਐਪਰੀਸ਼ੀਏਟ ਫॉर ਕਮਿੰਗ। ਥੈਂਕ ਯੂ ਮਿਸਟਰ ਬੈਂਸ, ਥੈਂਕ ਯੂ।
ਇਸ 2026 UBC 'ਚ ਪਹੁੰਚੇ ਹੋਏ ਹਾਂ, ਜਿੱਥੇ ਕਿ ਪ੍ਰੋਗਰਾਮ ਕੀਤਾ ਜਾ ਰਿਹਾ ਕਾਸਟ ਨੂੰ ਲੈ ਕੇ ਕਿ ਕਿਸੇ ਵੀ ਤਰ੍ਹਾਂ ਦਾ ਬੈਰੀਅਰ ਨਹੀਂ ਹੋਣਾ ਚਾਹੀਦਾ, ਅਤੇ ਉਸ ਨੂੰ ਲੈ ਕੇ ਜਦੋਂ ਇੱਕ ਨਾਮ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈਗਾ ਡਾਕਟਰ ਅੰਬੇਦਕਰ। ਡਾਕਟਰ ਅੰਬੇਦਕਰ ਦੀ ਫੈਮਿਲੀ ਦੇ ਵਿੱਚੋਂ ਗ੍ਰੇਟ ਗ੍ਰੈਂਡਸਨ ਉਹਨਾਂ ਦੇ ਪਹੁੰਚੇ ਹੋਏ ਨੇ ਰਾਜ ਰਤਨ ਅੰਬੇਦਕਰ। ਸੋ ਵੀ ਆਰ ਫੋਰਚੂਨੇਟ ਕਿ ਅੱਜ ਸਾਡੇ ਨਾਲ ਗੱਲ ਕਰਨ ਦਾ ਇਹਨਾਂ ਦਾ ਮੌਕਾ ਮਿਲਿਆ। ਸੋ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਗੱਲਬਾत। वेलकम। थैंक यू सो मच। सांझा टीवी के सभी दर्शकों को बहुत बहुत धन्यवाद। आप जब यहाँ आते हैं और कनाडा वाइड ऐसे प्रोग्राम होते हैं जो हम कास्ट बैरियर, आपको कैसा लगता है कि ये सिर्फ भारत में नहीं बाकी विदेशों में भी ऐसा सिस्टम चल रहा है? या बाबा साहब का एक थीसिस है, कास्ट इज इन इंडिया। उसकी फर्स्ट लाइन में ही बाबा साहब ने लिखा है कि इफ़ Indians या if Hindus travel to the world then caste will be a world problem। बिकॉज क्या होता है जब हम या जो माइंडसेट लेकर इंडिया में जो लोग ब्राह्मणिकल माइंडसेट लेकर चल रहे हैं, जब वो भारत देश छोड़ते हैं तो सिर्फ अपना लगेज नहीं लेके चलते, वो जात भी लेकर जाते हैं। और वहाँ जाने के बाद वो ये कोशिश करते हैं कि जो सुप्रीमेसी उनको उनके देश में मिली है वो बाकी के देश में भी वो कायम रहे। और वो इसलिए कास्ट, क्योंकि कास्ट से हमारा तो कोई बेनिफिट नहीं होने वाला, तो जिनको ये बेनिफिशियल लगता है वो सिस्टम वहाँ पर भी इम्पोज करना चाहते हैं। कनाडा हो, बाकी के वर्ल्ड के जो प्रोग्रेसिव कंट्रीज़ हैं उनको अभी तक कास्ट डिस्क्रिमिनेशन के बारे में पता नहीं है। वो रेस को जानते हैं, जेंडर इनइक्वलिटी को जानते हैं, अलग अलग इनइक्वलिटीज़ को वो जानते हैं, लेकिन कास्ट क्या होता है ये उनको नहीं पता। अभी यूनिवर्सिटी लेवल पे जहाँ इंडिया के बच्चे स्टूडेंट्स, चाहे वो पंजाब से हो कहीं से हो, यहाँ पर आकर उनको जब कास्टिस्ट स्लर्स सुनने को मिलते हैं कि ही इज़ फ्रॉम लोअर कास्ट, ये तो चमार है, ये है, वो है, तो ये यहाँ के एडमिनिस्ट्रेशन को ये समझना बहुत मुश्किल हो जाता है कि इसने क्या अपमान कर दिया इसका। लेकिन वो हमें पता चलता है, जो स्टूडेंट वहाँ जिस दौर से गुजरता है ये उसे पता चलता है कि ये मुझे नीचा दिखा रहा है या मुझे फिर से टारगेट कर रहा है। तो यहाँ के एडमिनिस्ट्रेशन को ये पता चले। नॉट ओनली कनाडा, यूएस है, यूके है, यहाँ पर भी हमारे बच्चों को कास्टेड स्लर, यानी एक दफ़ा जो बाबा साहब को गुजरना पड़ा था जिस कास्टिज़म से, आज वही हमारे बच्चों को गुजरना पड़ रहा है। हालांकि ये ख़त्म होना चाहिए था लेकिन ये बढ़ते जा रहा है। राजरतन जी, ये देखिए कि बाबा साहब की आगे जनरेशन्स जो हैं वो उनमें से आप हैं, आप उनके ग्रेट ग्रैंडसन हैं। वो उस दौर में इसके बारे में बात कर रहे थे, तो आज आपको इतने दहाकों के बाद ये बात करनी पड़ रही है। दिस इज रियली शेमफुल कि मेरे परदादा को जिसके अगेंस्ट लड़ाई लड़नी पड़ी थी, थर्ड जनरेशन के बाद मुझे भी वही लड़ाई लड़नी पड़ रही है। हालांकि आज सेकेंड थर्ड जनरेशन के बाद हमें अपना काम करने के लिए वो प्लेटफॉर्म मिलना चाहिए था, हम अपने इंस्टीट्यूशंस बनाने चाहिए थे, हमें अपनी बैंकिंग, हमें अपना मीडिया, हमें अपना, लेकिन हम अभी भी सर्वाइवल के लिए ही लड़ाई लड़ रहे हैं। यानी जो दौर, यानी कोई चेंजेस हम देख नहीं रहे हैं। और वो लड़ाई आगे कंट्रीज में फैल गई है। Yes। यानी बाबा साहब के समय में कास्ट इंडिया तक सीमित थी, अब तो वो वर्ल्ड प्रॉब्लम हो गई है। क्योंकि हमारे बच्चे उस समय, तो बाबा साहब के समय बाबा साहब ने ब्रिटिशरों को ये दावा किया था कि आप लोगों ने मुसलमानों को अलीगढ़ मुस्लिम यूनिवर्सिटी दे दी है, आपने हिंदुओं को बनारस हिंदू यूनिवर्सिटी दे दी है, हमारे बच्चों का क्या? हम तो हिंदू नहीं हैं, हम मुसलमान नहीं हैं, हम डाउन ट्रॉडन्स है, तो हम तो यूनिवर्सिटी नहीं बना सकते, हमारे पास ज़मीन नहीं है। तो एक काम करो, आप हमारे कुछ बच्चों को फॉरेन में पढ़ाई करने के लिए भेजो। तो बाबा साहब ने उस समय पहली बार 17 स्टूडेंट्स को वर्ल्ड में भेजा था। उस समय यानी पहली बार 17 बच्चे गए थे। आज हमारा पंजाब देखो, मोस्ट ऑफ द पंजाब कनाडा में पढ़ाई करने के लिए आता है। आज ज़्यादा बच्चे पढ़ने को आ रहे हैं, तो जितने बच्चे पढ़ने आ रहे हैं उनको वही स्लर्स में से गुजरना पड़ रहा है। पर बाबा साहब ने जो अवेयरनेस दी, उस अवेयरनेस की जो छाँव है, उसके जो भीतर हम सब जो इसके बारे में काम कर रहे हैं, वो एक अच्छी बात है।
कि जो उन्होंने शुरू किया था वो ख़त्म नहीं हुआ, जी वो उनकी देख रेख में उनकी सोच जो है वो आगे बढ़ रही है। जी तो आज हम इकोनॉमिक सोशल इक्वालिटी की बात कर रहे हैं, हम वो बैरियर्स जो है ब्रेक करने की बात कर रहे हैं। जी सो आज का इवेंट कितना पावरफुल है। नहीं, बहुत पावरफुल है। कल भी मैंने इकोनॉमिक एमेंसिपेशन पे मैं पैनलिस्ट था और मेरा भी यही क्योंकि कास्टिज़्म को ख़त्म करना है। एक तरफ हम लोग अपर कास्ट ये वर्ड यूज़ करते हैं, जब हम खुद ही उनको अपर मान रहे हैं तो हम कहीं न कहीं खुद को लोअर मान रहे हैं। तो हमको वो माइंडसेट से निकलना बहुत ज़रूरी है कि हम किसी भी एंगल में कम नहीं हैं। हम किसी भी एंगल में आज हम इंटेलेक्चुअल्स के लिस्ट में गिने जा रहे हैं, एंटरप्रेन्योर्स गिने जा रहे हैं, एज बैंकर्स हम लोग अच्छे सर ये कर रहे हैं। तो हम किसी भी एंगल में कम नहीं हैं। तो सबसे पहले ना ये टर्म्स बदलनी चाहिए, अपर कास्ट लोअर कास्ट। मैं तो कहता हूँ ये अपर कास्ट नहीं है, ये प्रिविलेज्ड क्लास है। सारे प्रिविलेजेस इनको मिले हुए हैं। स्कूल्स के प्रिविलेजेस आपको मिले हैं, बिजनेस आप कर सकते हो, लैंड आप रख सकते हो, गोल्ड आप एक्यूमुलेट कर सकते हो। हमें तो ये अधिकार ही नहीं दिया था। तो प्रिविलेज क्लास और ये जो सब लड़ाई चल रही है, मुझे आज भी याद है बाबा साहब जब कोलंबिया यूनिवर्सिटी में पढ़ने के लिए आए थे, मैं कोलंबिया यूनिवर्सिटी गया था। वहाँ पर बाबा साहब का एक जो हम लिखते हैं ना, एक रिमार्क देते हैं, तो बाबा साहब का रिमार्क वहाँ पर है। बाबा साहब लिखते हैं कि इक्वलिटी क्या होती है, ये सबसे पहले मैं यहाँ पर आकर मुझे महसूस हुआ, पता चला। यानी वो लाइन्स इतनी इमोशनल है कि एक बंदे को 20-21 साल के बाद पता चलता है कि इक्वलिटी क्या होती है। लेकिन आज मैं ये कहना चाहता हूँ कि बाबा साहब यूएस आने के बाद कम से कम उनको इक्वलिटी उनको एक्सपीरियंस करने मिली। लेकिन अब हमारे बच्चे ये नहीं कह सकते। यहाँ आने के बाद भी उनके साथ इनइक्वलिटी हो रही है और यहाँ के लोग नहीं कर रहे हैं, उन्हीं के भाई, उन्हीं के देश के लोग वो यहाँ पर आकर उनके साथ इनइक्वलिटी कर रहे हैं। इसके लिए अवेयरनेस के लिए आप यहाँ पे पहुँचे हैं, आपका धन्यवाद। हमने हमसे बात की, आपका धन्यवाद। क्या मैसेज होगा हमारे व्यूअर्स को जो घर पे बैठ के आपको दिख रहे हैं। मैं तो ये कहना चाहूँगा कि हमें अपनी इंस्टीट्यूशंस या हमें अपनी व्यवस्था खड़ी करनी होगी। बाबा साहब ने एक बात कही है कि हिस्ट्री ऑफ इंडिया इज़ नथिंग बट अ मॉर्टल कॉम्बैट बिटवीन बुद्धिज़्म एंड ब्राह्मणिज़्म। बुद्धिज़्म का मतलब रिलीजन का नहीं कहना चाहूँगा मैं, लेकिन ये दो विचारधाराओं की लड़ाई चल रही है। एक विचारधारा जो भारत के लोगों को डिवाइड करती है, ब्राह्मण, क्षत्रिय, वैश्य, शूद्र, अतिशूद्र, वुमेन्स, इसमें डिवाइड करती है। और बुद्ध की विचारधारा कहती है, चाहे वो बुद्ध की हो, गुरु नानक की हो, गुरु रविदास जी की हो, ये एक ही विचारधारा है। जितने भी महापुरुष भारत में होके गए और जिन्होंने ये शिक्षा दी कि हम सब एक है, हम एक ही माँ के संतान हैं, वो सब एक ही विचारधारा के लोग हैं। तो ये दो विचारधारा की लड़ाई चल रही है और इसलिए जो लोग इक्वलिटी में बिलीव करते हैं उनको अपनी व्यवस्था खुद कायम करनी होगी। वरना हम क्या कर रहे हैं, जो हमको ऑपरेस्ट कर रहा है हम उसी के पास मदद मांगने जाते हैं कि हमारा एजुकेशन दे दो, हमें नौकरी दे दो, हमें स्कॉलरशिप दे दो। अरे जो ऑपरेस कर रहा है वो तुमको न्याय कैसे देगा। इसलिए हमारे पास वो ताकत है, इसलिए हमारी ताकत हमको पहचान कर अपने इंस्टीट्यूशन बिल्ड्स करने चाहिए। चाहे आज हमारे बच्चे कनाडा से या इंडिया से कनाडा आ रहे हैं, यूके जा रहे हैं, यूएस जा रहे हैं, यही एजुकेशन सिस्टम अगर हम खुद का खड़ा कर पाए, हमारे बच्चों को कहीं जाने की ज़रूरत नहीं होगी। वही नौकरियां आज ख़त्म हो रही है, वही एंटरप्रेन्योरशिप अगर हम खुद दे पाए तो हमको अपने इंस्टीट्यूशंस खड़े करने चाहिए। बस इतना ही मैं कहना चाहूँगा। वेरी वेल सेड। एंड जब कोई बच्चा पैदा होता है ना, उसे नहीं पता कि कास्ट कौन सी है, उसे नहीं पता रिलीजन कौन सा है। ये लोगों का बनाया हुआ है और लोगों को ही इसे तोड़ना होगा, ये बैरियर लोगों को ही तोड़ने होंगे। सो इसके लिए आप यहाँ पे पहुँचे हैं, आप अपना नॉलेज, आप अपनी जो आपके पास जो है वो सब यहाँ बांटने आए हैं। आपका बहुत बहुत धन्यवाद। थैंक यू सो मच। थैंक यू सो मच। ACE 2026 UBC ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ। ਕੱਲ SFU ਦੇ ਵਿੱਚ ਹੋਇਆ ਸੀ ਤੇ ਦੋ ਰੋਜ਼ਾ ਇਹ ਪ੍ਰੋਗਰਾਮ ਹੈ ਜਿਹੜਾ 2023 ਤੋਂ ਬਾਅਦ 2026 ਦੇ ਵਿੱਚ ਹੋ ਰਿਹਾ ਹੈ। ਕਾਸਟ ਨੂੰ ਲੈ ਕੇ, ਰਿਲੀਜਨ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਤੇ ਬਹੁਤ ਸਾਰੇ ਪੈਨਲਿਸਟ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਡਾਕਟਰ ਸੁਜਾਤਾ ਵੀ ਪਹੁੰਚੇ ਹੋਏ ਨੇ। ਲੈਟਸ ਵੈਲਕਮ ਡਾਕਟਰ ਸੁਜਾਤਾ। ਵੈਲਕਮ। Thank you so much. Tell us a little bit about yourself to our viewers. Yeah,
I'm Dr. Sujata Gorkhe, Assistant Professor of History, History Department. I'm from Nagpur, and you know Nagpur is very famous for conversation of the Dr. Basa Ambedkar, 1956. So it's a changing in our life. So that's why now that's been the before the Hinduism system. That's been the embedded us, and now we are proud to feel I'm a Buddhist. Yeah. अच्छा सुजाता जी, कल का जो प्रोग्राम था उसमें भी आपने जो एक पैनलिस्ट के तौर पे डिस्कशन किया, तो आपका क्या टॉपिक था, आपने किस बारे में बात की? जी, कल मुझे जो टॉपिक दिया गया था वो था कास्ट एंड जेंडर। तो वो इतना अच्छा टॉपिक था कि मैंने जय बिरदी सर को उसको बोली कि बहुत बहुत शुक्रिया, आपने बहुत समय के हिसाब से जो टॉपिक चुना है उसकी ज़रूरत है। और ये टॉपिक के ऊपर मैंने एज अ पैनलिस्ट करके मैंने 2-3 अच्छी बातें वहाँ पे रखी जो बाकी सब ऑडियंस को पसंद भी आई। फिर आके उन्होंने मुझे बताया कि आपने बहुत अच्छा अप्रिशिएट किया कि या वेल एक्सप्लेन बाय मी। तो मैं इसके बारे में कहना चाहूँगी कि कास्ट एंड जेंडर इट्स कनेक्टेड टू ईच अदर। तो कास्ट और जेंडर ये जो है एक है, ऐसे डॉक्टर बाबा साहब अम्बेडकर ने एनिहिलेशन ऑफ कास्ट वो उनकी बुक थी उसमें बताया। इंडोगैमी दैट्स मीन द मैरिज विद इन द कास्ट ग्रुप। तो अगर वो ऐसा रहा तो कास्ट और जेंडर कभी अलग नहीं हो सकता, ऐसा उनका कहना था। तो जात ऐसी है जो जाति ही नहीं, और जात होने की वजह से ही इंसान में इन्फिरिटी आ रही है, और जिसकी वजह से आज भी हम जो है अलग अलग जो लोग हैं जैसे अपर क्लास लोअर कास्ट बोलते हैं, आज भी हमें दिखाई देता है। इट्स वेरी रॉन्ग। और इस बेस पे मैंने कल एग्जाम्पल भी दी थी कि एक जाति का पर्सन बड़ा ऊंचाई भी चला जाए तो भी कहीं ना कहीं इंसान उनको उसके लेवल को ठेस पहुंचाता है। फॉर एग्जांपल इंडिया की जो प्रेसिडेंट है द्रौपदी मुर्मू जी, उनके साथ बहुत बड़ी घटना हुई, जबकि वो सबसे बड़े पोस्ट पे है एज अ प्रेसिडेंट, एज अ राष्ट्रपति। तो जब वो केरला के टेम्पल में जाती है तो उनको रोका जाता है। व्हाट इज़ दिस? तो ये जो है जात जो है सही में नहीं जा रही है। तो इसको अगर हमें बाहर करना है तो बाबा साहब के विचारों को सबको मानना पड़ेगा और यूनिटी के साथ काम करना पड़ेगा। ये सरप्राइजिंग है कि 2026 में भी हमें इस बारे में बात करनी पड़ रही है। जी, जी। तो ये बहुत ही हमारा दुर्भाग्य हम बोलेंगे इसको कि 1950 में हमें संविधान लागू किया गया। संविधान में इतने कलमे हैं, 395 और भी बढ़ भी गई है। तो उस कलमों में आप देखेंगे जैसे 14 से लेके 14, 15, 16, 19, 20 तक हमें समानता की बात बताई है। तो कहाँ है समानता? बाबा साहब ने ये कहा था कि संविधान इतना अच्छा है लेकिन जो उसको चलाएगा उसके हिसाब से वो चलेगा। तो ये प्रूफ है कि संविधान जिसके हाथों में गया है वो इक्वलिटी के बेस पे नहीं चला रहे, और इक्वलिटी के बेस पे अगर चलाते तो आज हमारे लोग दुखी नहीं रहते और ये कास्ट एंड जेंडर की बात नहीं करना पड़ता। संविधान बना, बहुत अच्छा बना, बट इम्प्लीमेंट नहीं हुआ। एब्सोल्युटली करेक्ट। तो ये इम्प्लीमेंट होना भी नहीं देना चाहते हैं, ये जानबूझ के उनका पर्पज़ है। तो फॉर एग्जाम्पल मैं नागपुर की हूँ तो मैं आपको बताना चाहती हूँ कि वहाँ पे संविधान चौक है। ये संविधान चौक में बाबा साहब का पुतला है, बिस्ट है वहाँ पे, और हर प्रोग्राम में जाते हमारे लोग। तो वहाँ पे जो कुछ पॉलिटिकल पार्टीज़ हैं जो इनके फेवर में आरएसएस के फेवर में जाते हैं तो वो वही काम करते जैसा वो कहलाते हैं। तो ये बड़ी हमारे लिए शर्म की बात है कि हमारे बाबा साहब के संविधान चौक में जाके अगर आप जय श्री राम के नारे लगाते हैं तो ये बहुत बड़ी उनके लिए तौहीन है, क्योंकि बाबा साहब ने 22 प्रतिज्ञा में ये लिखा था कि हम इन सबको नहीं मानेंगे, हमें इंसान को मानना है, अच्छी बातों को मानना है, अंधश्रद्धा से हमको आगे नहीं बढ़ना है। लेकिन आज 21st सेंचुरी दैट्स मीन द 2026 में भी ये बात हमको दिखाई देती है, तो ये बहुत दुखद बात है। सुजाता जी, जय श्री राम कहने में कोई बुराई नहीं है, वाहिगुरु कहने में कोई बुराई नहीं है, हमें अल्लाह कहने में भी कोई बुराई नहीं है, गॉड कहने में भी कोई बुराई नहीं है। बात यह है कि हर किसी की रिस्पेक्ट होनी चाहिए, हर किसी का सम्मान होना चाहिए, हर लोगों का सम्मान होना चाहिए। यही हम इम्प्लीमेंट करना चाहते हैं, जो आप अपने वर्ड्स के थ्रू करना चाहती हैं। आप यहाँ पहुँची हैं, प्रोग्राम में हिस्सा लिए, इतनी अच्छी बातें कही, आपका धन्यवाद। एंड पे क्या कहेंगे आप हमारे व्यूअर्स को? देखो, आपने जो बात कहा है ये बिल्कुल सही है, क्योंकि हमारा भारत देश एक धर्मनिरपेक्ष राज्य है और धर्मनिरपेक्ष राज्य में सब धर्म को बहुत रिस्पेक्ट दिया जाता है, हम भी रिस्पेक्ट करते हैं। लेकिन अगर हम रिस्पेक्ट कर रहे हैं तो अगर हम उनके टेम्पल में जाते हैं तो वो जय भीम कहते क्या? इट्स नॉट गुड। और ये हम डिस्क्रिमिनेशन नहीं करना चाहते हैं, हमें बस इंसानियत चाहिए कि कोई भी रहे तो कैटेगरी वाइज मत करिए, हम इंसान करके हमको पहचानो, ये जाति के वो जाति के इसको दूर करो। तो जाति विरहित अगर समाज होता है इट्स अ ग्रेट प्राउड फीलिंग टू इंडिया, क्योंकि बाबा साहब ने कहा था आई एम फर्स्ट दैट्स मीन द नेशन इज़ फर्स्ट एंड लास्ट इज नेशन। सो अगर वो नेशन रहा तो कहाँ आती जाती?
तो इस वजह से ये सब अलग बात है। तो हम सब धर्म का करते हैं, क्योंकि मेरे फ्रेंड सर्कल में सब लोग हैं, लेकिन हम भूल जाते हैं। तो इस वजह से अगर ऐसा ही रहा तो अच्छा है। इसके लिए तो मैं सभी को बोलूँगी कि आप लोग जाति विरहित रहिए, और जो बातें अच्छी है, हाईली एजुकेट होइए और अच्छे प्रोग्रेस कीजिए, टेक्नोलॉजी के थ्रू जाइए, रैशनली सोचिए, बहुत ही वैज्ञानिक तरीके की सोच रखिए और आगे बढ़िए। जैसे बाकी की कंट्री आगे बढ़ रहे हैं, वैसे हम भारत देश को भी आगे बढ़ाना चाहते हैं, क्योंकि सबसे पहले नेशन आता है। फर्स्ट नेशन एंड लास्ट नेशन, ये हम भी बाबा साहब के अनुयायी होने के नाते हम भी इसी बात को आगे लेके जाना चाहेंगे। वेरी वेल सेड, थैंक यू सो मच, थैंक यू फॉर टॉकिंग टू अस। Thank you so much, because you are giving my interview. That's mean that taking my interview, and it's a great feeling now. Because I'm first time coming to Canada. Yeah, that's mean that 2023 also they invited me, but some problem. This is not possible for me, and I couldn't come to here. But Yeah. this time you came, thank you so much. It's my great pleasure. Thank you so much. Geez, I very appreciate you, because your question is very relevant and very important. Thank you. Because today's need this type questions. Thank you so much. ਥੈਂਕ ਯੂ ਫॉर ਦ ਐਪਰੀਸ਼ੀਏਸ਼ਨ। ਇਸ 2026 ਜਿੱਥੇ ਗੱਲਬਾਤ ਹੋ ਰਹੀ ਹੈ ਇਕੁਐਲਿਟੀ ਦੇ ਬਾਰੇ, ਜੈਂਡਰ ਜਿਹੜੀ ਇਕੁਐਲਿਟੀ ਹੋਣੀ ਚਾਹੀਦੀ ਹੈ, ਕਾਸਟ, ਰਿਲੀਜਨ, ਇਹ ਸਾਰੀਆਂ ਚੀਜ਼ਾਂ ਸਾਡੇ ਵਿੱਚ ਐਗਜ਼ਿਸਟ ਹੀ ਨਹੀਂ ਕਰਨੀਆਂ ਚਾਹੀਦੀਆਂ। ਸੋ ਇਸ ਦੇ ਪ੍ਰੋਗਰਾਮ ਦੇ ਵਿੱਚ MLA ਸੁਨੀਤਾ ਧੀਰ ਪਹੁੰਚੇ ਹੋਏ ਨੇ। ਲੈਟਸ ਵੈਲਕਮ ਮਿਸ ਧੀਰ। Thank you so much. Thank you. Thank you to Sanja TV, first of all, for covering this. This is such an important issue. मेरा नाम सुनीता धीर है जी। मैं वैनकूवर लंगैरा दी MLA ਤੇ ਪਾਰਲੀਮੈਂਟਰੀ ਸੈਕਟਰੀ ਫॉर ਇੰਟਰਨੈਸ਼ਨਲ ਕ੍ਰੈਡੈਂਸ਼ੀਅਲਸ। ਜਦੋਂ ਅਸੀਂ ਆਪਣੇ ਰੈਜ਼ੋਲੂਸ਼ਨ ਪੇਸ਼ ਕਰਦੇ ਹਾਂ ਨਾ ਹਰ ਸਾਲ BCNDP ਦੀ ਜਿਹੜੀ ਆਪਣੀ ਕਾਨਫਰੰਸ ਹੋਈ ਸੀਗੀ, ਉੱਥੇ ਮੇਰੀ ਜਿਹੜੀ EDA ਹੈਗੀ, ਮੇਰੇ ਇਲੈਕਟਰਲ ਡਿਸਟ੍ਰਿਕਟ ਐਸੋਸੀਏਸ਼ਨ ਦੇ ਵਿੱਚ ਅਸੀਂ ਇਹ ਰੈਜ਼ੋਲੂਸ਼ਨ ਪੇਸ਼ ਕੀਤਾ ਸੀਗਾ ਕਿ ਕਾਸਟ ਬੇਸਡ ਜਿਹੜੀ ਡਿਸਕ੍ਰਿਮੀਨੇਸ਼ਨ ਦੇ ਲਈ ਲੈਜਿਸਲੇਸ਼ਨ ਬਣਾਉਣੀ ਚਾਹੀਦੀ ਹੈ। ਹਾਲੇ ਅਵੇਅਰਨੈਸ ਦੀ ਬਹੁਤ ਲੋੜ ਆ, ਕਿਉਂਕਿ ਲੋਕਾਂ ਨੂੰ ਰਿਲੀਜਨ ਦਾ ਤਾਂ ਪਤਾ ਹੁੰਦਾ ਕਿ ਆਪਣੇ ਰਿਲੀਜਨਸ ਡਿਫਰੈਂਟ ਹੈਗੇ ਆ, ਪਰ ਕਾਸਟ ਦੀ ਜਿਹੜੀ ਹੈਗੀ ਹੈ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਅਵੇਅਰਨੈਸ, ਜਾਗਰੂਕਤਾ ਕਰਨੀ ਬਹੁਤ ਜ਼ਰੂਰੀ ਹੈ। ਤੇ ਦੈਟਸ ਵਾਟ ਚੇਤਨਾ ਐਸੋਸੀਏਸ਼ਨ ਇਜ਼ ਡੂਇੰਗ, ਕਿ ਅਵੇਅਰਨੈਸ ਕਰੋ। ਜਿੱਦਾਂ ਮੇਰੀ ਇੱਕ ਫਰੈਂਡ ਹੈਗੇ, ਉਹਨਾਂ ਦੀ ਟਰਾਂਸਪੋਰਟ ਕੰਪਨੀ ਹੈ ਐਂਡ ਹੀ ਇੰਪਲੋਇਜ਼ ਹੰਡਰਡਸ ਆਫ ਪੀਪਲ, ਅਤੇ ਹਾਲੇ ਉਸ ਤਰ੍ਹਾਂ ਦੇ ਹੀ ਸੋ ਇਕਨੋਮਿਕਲੀ ਸਟੇਬਲ, ਪਰ ਉਹਨਾਂ ਦੇ ਨਾਲ ਵੀ ਇੱਦਾਂ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਸੋ ਮੈਂ ਆਈ ਥਿੰਕ ਅਵੇਅਰਨੈਸ ਇਜ਼ ਆਲਵੇਜ਼ ਦ ਫਸਟ ਸਟੈਪ, ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਆਪਣੇ ਸਮਾਜ ਦੇ ਵਿੱਚ। ਐਂਡ ਵੀ ਹੈਵ ਰੇਸਿਸਟ ਇੰਸੀਡੈਂਟ ਹੈਲਪਲਾਈਨ ਵੇਅਰ ਯੂ ਕੈਨ ਰਿਪੋਰਟ, ਵੀ ਹੈਵ ਲੈਜਿਸਲੇਸ਼ਨ, ਬਟ ਦਿਸ ਇਜ਼ ਵੈਰੀ ਇੰਪੋਰਟੈਂਟ ਦੈਟ ਵੀ ਰੇਜ਼ ਦਿਸ ਅਵੇਅਰਨੈਸ ਕਿ ਕਾਸਟ ਬੇਸਡ ਜਿਹੜੀ ਹੈਗੀ ਹੈ, ਪਹਿਲੀ ਤਾਂ ਗੱਲ ਵੈਸੇ ਆਪਣੀ ਕਮਿਊਨਿਟੀ ਦੇ ਵਿੱਚ ਹੀ ਜ਼ਿਆਦਾ ਕਾਸਟ ਸਿਸਟਮ ਹੈ, ਇਸ ਕਰਕੇ ਮੇਨ ਸਟ੍ਰੀਮ ਅਵੇਅਰਨੈਸ ਆਪਾਂ ਨੂੰ ਪੈਦਾ ਕਰਨੀ ਹੀ ਪੈਣੀ ਹੈ। ਐਂਡ ਇਟ ਸ਼ੁੱਡ ਆਲਸੋ ਸਟਾਰਟ ਵਿਦਿਨ ਆਰ ਕਮਿਊਨਿਟੀ, ਕਿ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਵੇ। ਲੈਜਿਸਲੇਸ਼ਨ ਤਾਂ ਆਫ ਕੋਰਸ ਚਾਹੀਦੀ ਹੈਗੀ ਹੋਈ ਹੈ, ਬਟ ਸਮਾਨਤਾ ਦਾ ਅਧਿਕਾਰ ਸਾਰਿਆਂ ਨੂੰ ਹੈਗਾ, ਚਾਹੇ ਕਿਸੇ ਵੀ ਰਿਲੀਜਨ ਹੋਵੇ, ਕਾਸਟ ਹੋਵੇ ਜਾਂ ਜੈਂਡਰ ਬੇਸਡ ਹੋਵੇ। ਤੁਸੀਂ ਕਿਹਾ ਕਿ ਸਰਕਾਰ ਦੇ ਵੱਲੋਂ ਵੀ ਕੰਮ ਕੀਤੇ ਜਾ ਰਹੇ ਹੈ, ਪਰ ਅਵੇਅਰਨੈਸ ਨੂੰ ਲੈ ਕੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਹੀਂ ਜੀ, ਐਕਚੁਅਲੀ ਅਵੇਅਰਨੈਸ ਐਜ਼ ਮਚ ਐਜ਼ ਇਟ ਇਜ਼ ਇੰਪੋਰਟੈਂਟ। ਆਪਾਂ ਲੈਜਿਸਲੇਸ਼ਨ ਪ੍ਰਪੋਜ਼ ਕੀਤਾ ਸੀਗਾ ਕਿ ਡਿਸਕ੍ਰਿਮੀਨੇਸ਼ਨ ਖਤਮ ਕਰੋ, ਪਰ ਬਿਕਾਜ਼ ਅਵੇਅਰਨੈਸ ਨਹੀਂ ਸੀਗੀ ਤਾਂ ਉਹ ਰੈਜ਼ੋਲੂਸ਼ਨ ਟਾਪ ਜਿਹੜੀਆਂ ਕੈਟੇਗਰੀਜ਼ ਦੇ ਵਿੱਚ ਨਹੀਂ ਅਸੀਂ ਲਿਫਟ ਕਰ ਸਕੇ। ਸੋ ਜਿਹੜੀ ਅਵੇਅਰਨੈਸ ਹੈਗੀ ਹੈ, ਉਹ ਮੇਰੇ ਖਿਆਲ ਜਿੱਦਾਂ ਆਪਣੀ ਚੇਤਨਾ ਐਸੋਸੀਏਸ਼ਨ ਕਰ ਰਹੇ ਹੈ ਜਾਂ ਆਪਣੇ ਮੀਡੀਆ ਵੱਲੋਂ ਜਿੱਦਾਂ ਸਾਂਝਾ TV ਕਰ ਰਹੇ ਹੈ, ਇਹੀ ਕਰਨੀ ਪੈਣੀ ਹੈ। ਸਰਕਾਰ ਵੱਲੋਂ ਲੈਜਿਸਲੇਸ਼ਨ ਬਣਾਉਣੀ ਬੜੀ ਮੁਸ਼ਕਿਲ ਹੈ ਅਵੇਅਰਨੈਸ ਦੀ, ਬਟ ਇਟ ਇਜ਼ ਇੰਪੋਰਟੈਂਟ। ਸੋ ਆਈ ਵਿਲ ਐਕਚੁਅਲੀ ਟਰਾਈ ਟੂ ਫਾਈਂਡ ਆਊਟ ਦ venues for that. Thank you so much, and any message to the community? ਥੈਂਕ ਯੂ ਸੋ ਮਚ ਜੀ। ਹੱਸਦੇ ਰਹੋ, ਵਸਦੇ ਰਹੋ, ਸਾਰਿਆਂ ਨੂੰ ਪਿਆਰ ਕਰਦੇ ਰਹੋ, ਮੇਰੀ ਤਾਂ ਇਹੀ ਮੈਸੇਜ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਥੈਂਕ ਯੂ। ਇਸ 2026 UBC ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ। ਅੱਜ ਦੂਜਾ ਦਿਨ ਆ। ਪਹਿਲਾਂ SFU ਦੇ ਵਿੱਚ ਇੱਕ ਰੋਜ਼ਾ ਇਹ ਪ੍ਰੋਗਰਾਮ ਹੋਇਆ ਸੀ, ਜਿੱਥੇ ਜੈਂਡਰ ਨੂੰ ਲੈ ਕੇ ਗੱਲ ਹੋ ਰਹੀ ਹੈ, ਜਿੱਥੇ ਬੈਰੀਅਰਸ ਨੂੰ ਲੈ ਕੇ ਗੱਲ ਹੋ ਰਹੀ ਹੈ, ਜਿੱਥੇ ਅਵੇਅਰਨੈਸ ਕਾਸਟ ਨੂੰ ਲੈ ਕੇ, ਰਿਲੀਜਨ ਨੂੰ ਲੈ ਕੇ ਫੈਲਾਈ ਜਾ ਰਹੀ ਹੈ। ਤੇ ਚੇਤਨਾ ਫਾਊਂਡੇਸ਼ਨ ਦੇ ਦੁਆਰਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ। ਤੇ ਮੇਰੇ ਨਾਲ ਜੈ ਬਿਰਦੀ ਨੇ। ਆਓ ਸਵਾਗਤ ਕਰਦੇ ਹਾਂ। ਬਿਰਦੀ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਜਿਹੜਾ ਇਸ ਪ੍ਰੋਗਰਾਮ ਹੈਗਾ 2023 ਦੇ ਵਿੱਚ ਕਰਵਾਇਆ ਸੀ, ਉਦੋਂ ਵੀ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ, ਤੇ 2026 ਦੇ ਵਿੱਚ ਇਹ ਦੁਬਾਰਾ ਕਰਵਾਇਆ ਗਿਆ, ਤੇ ਬਹੁਤ ਸਾਰੇ ਪੈਨਲਿਸਟ ਜਿਹੜੇ ਇੱਥੇ ਬੁਲਾਏ ਗਏ ਆ, ਤੇ ਬਹੁਤ ਵਧੀਆ ਉਹਨਾਂ ਦੇ ਦੁਆਰਾ ਪੱਖ ਰੱਖੇ ਗਏ ਆ। ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਮੈਂ ਤੁਹਾਡਾ ਸਾਂਝਾ TV ਦਾ ਅਤੇ ਹੋਰ ਵੀ ਜਿਹੜੇ ਸਾਡੇ ਮੀਡੀਆ ਦੇ ਸਾਥੀ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਕੋਈ ਵੀ ਜਦੋਂ ਸਮੱਸਿਆ ਆਉਂਦੀ ਹੈ ਉਹ ਕੋਈ ਇਕੱਲਾ ਨਹੀਂ ਉਹਦਾ ਸਲਿਊਸ਼ਨ ਲੱਭ ਸਕਦਾ,
ਤੇ ਮੀਡੀਆ ਦਾ ਬਹੁਤ ਵੱਡਾ ਹੱਥ ਹੈ। ਦੇਖੋ ਅੱਜ ਤੁਸੀਂ ਸਰੀ ਤੋਂ ਆਏ ਆ, ਇਸ ਦੇ ਵਿੱਚ ਪਾਰਟਿਸਿਪੇਟ ਕੀਤਾ, ਤੁਸੀਂ ਆਵਾਜ਼ ਨੂੰ ਅੱਗੇ ਲਿਜਾ ਰਹੇ ਆ। ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਦੂਜੀ ਗੱਲ ਆ, ਜੇਕਰ ਅਸੀਂ ਕਾਸਟ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ ਤੇ ਸਾਡੇ ਦਿਮਾਗ 'ਚ ਪਹਿਲਾਂ ਇਹੀ ਗੱਲ ਆਉਂਦੀ ਹੈ ਜੋ ਗੁਰਬਾਣੀ ਦੇ ਵਿੱਚ ਆਉਂਦਾ ਕਿ ਸਰਬੱਤ ਦਾ ਭਲਾ। ਜੇ ਸਰਬੱਤ ਦੇ ਭਲੇ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਵਿੱਚ ਸਾਰਿਆਂ ਦਾ ਹੀ ਭਲਾ ਹੈ ਨਾ। ਜੇਕਰ ਭਲਾ ਹੁੰਦਾ ਤੇ ਵਧੀਆ ਗੱਲ ਹੈ। ਜੇਕਰ ਕਿਸੇ ਦਾ ਕਿਸੇ ਗੱਲ ਕਰਕੇ ਭਲਾਈ ਨਹੀਂ ਹੁੰਦੀ ਤੇ ਉਹਦੇ ਲਈ ਮੁਸੀਬਤ ਬਣਨੀ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਆਪਾਂ ਉਹਦੇ ਬਾਰੇ ਗੱਲਬਾਤ ਕਰੀਏ। ਕਾਸਟ ਸਿਸਟਮ ਦੀ ਸਮੱਸਿਆ ਜਿਹੜੀ ਹੈਗੀ ਹੈ ਉਹ ਹੈਗੀ ਹੈ ਨਾ, ਇਹਦੇ ਬਾਰੇ ਆਪਾਂ ਨਹੀਂ ਜਾਣਾ ਚਾਹੁੰਦੇ। ਤੇ ਅਸੀਂ ਜੋ ਸਿੱਖਿਆ ਸੀ ਉਹ ਇਹ ਸਿੱਖਿਆ ਸੀਗਾ ਕਿ ਇਸ ਗੱਲ 'ਤੇ ਜੇਕਰ ਗੱਲ ਕਰਨੀ ਹੈ ਤੇ ਤੁਹਾਨੂੰ ਸੋਲੀਡੇਰਿਟੀ ਬਿਲਡ ਕਰਨ ਦੀ ਲੋੜ ਹੈ ਤੇ ਦੂਜੀ ਜਿਹਦਾ ਨਾਂ ਕੀ ਆ ਵੀ ਲੀਗਲ ਪ੍ਰੋਟੈਕਸ਼ਨ ਦੀ ਲੋੜ ਹੈ। ਇਸ ਸਿੰਪੋਜ਼ੀਅਮ ਦੇ ਵਿੱਚ ਇਹ ਗੱਲ ਜਿਹੜੀ ਉੱਭਰ ਕੇ ਆਈ ਹੈ ਕਿ ਉਹ ਜਿਹੜੀ ਸੋਲੀਡੇਰਿਟੀ ਬਣਨੀ ਚਾਹੀਦੀ ਸੀ, ਮੂਵਮੈਂਟ ਬਣਨੀ ਚਾਹੀਦੀ ਸੀ, ਉਹ ਬਣ ਗਈ ਹੈ। ਇਸ ਦੇ ਵਿੱਚ ਸਕਾਲਰਸ ਹੈ, ਜਿੱਦਾਂ ਯੂਨੀਵਰਸਿਟੀ ਦੇ ਤੁਸੀਂ ਦੇਖਿਆ ਕਾਫੀ ਬੰਦੇ ਆਏ, ਪ੍ਰੋਫੈਸਰਸ ਆਏ ਹੈਗੇ ਆ, ਤਾਂ ਜਿਹੜੀ ਐਕੈਡੈਮਿਕ ਕਮਿਊਨਿਟੀ ਹੈਗੀ ਆ ਉਹ ਵੀ ਇਸ ਗੱਲ ਦੇ ਨਾਲ ਖੜੀ ਆ। ਦੂਜੀ ਗੱਲ ਆ, ਲੇਬਰ ਮੂਵਮੈਂਟ ਵੀ ਨਾਲ ਹੈ। ਜਿੱਦਾਂ ਆਪਾਂ ਨਿਊ ਵੈਸਟਮਿੰਸਟਰ ਤੇ ਡਿਸਟ੍ਰਿਕਟ ਲੇਬਰ ਕਾਉਂਸਲ ਵਾਲੇ ਉਹ ਵੀ ਪੈਨਲ 'ਤੇ ਸੀਗੇ, ਇੱਕ ਲੇਬਰ ਮੂਵਮੈਂਟ ਵੀ ਨਾਲ ਖੜੀ ਹੈ ਕਿਉਂਕਿ ਉਹ ਸਮੱਸਿਆ ਆਉਂਦੀਆਂ ਹੈ ਨਾ। ਤੇ ਪੋਲੀਟੀਕਲ ਜਿਹੜੇ ਸਾਡੇ ਲੀਡਰ ਆ ਉਹ ਵੀ ਨਾਲ ਖੜੇ ਆ, ਚਾਹੇ ਉਹ ਪਾਸਟ ਆ ਜਿਸ ਤਰ੍ਹਾਂ ਦਿਵਾਨ ਬਲਜੀਤ ਦੋਸਾਂਝ ਸੀਗੇ ਤੇ ਹੋਰ ਵੀ ਜਿਹੜੇ ਜਿੱਦਾਂ ਕਿ ਅਮਿਤ ਸ਼ਾਹ। ਇਹ ਜਿਹੜੀ ਸੋਲੀਡੇਰਿਟੀ ਬਣਨੀ ਸੀਗੀ ਉਹ ਬਣੀ ਹੈ। ਹੁਣ ਆਪਾਂ ਮੇਰਾ ਖਿਆਲ ਆਪਾਂ ਇੱਕ ਫਰੈਂਕ ਕਨਵਰਸੇਸ਼ਨ ਕਰ ਸਕਦੇ ਹਾਂ ਕਿ ਜੇਕਰ ਅਸੀਂ ਕਾਸਟ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹਾਂ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਉਹ ਸਰਬੱਤ ਦਾ ਭਲਾ ਜਿਹੜਾ ਇੱਕ ਸੁਪਨਾ ਆ ਉਹ ਅਸੀਂ ਕਿੱਦਾਂ ਦੂਰ ਕਰ ਸਕਦੇ ਹਾਂ, ਹੈ ਨਾ। ਅਤੇ ਹਾਂ ਕੁਝ ਚੈਲੰਜਸ ਆਉਣਗੇ ਇਹਨੂੰ ਐਡਮਿਨਿਸਟਰ ਕਰਨ ਦੇ ਲਈ, ਅਤੇ ਉਹ ਐਡਮਿਨਿਸਟਰ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਤਾਂ ਕਿ ਜਿਹੜਾ ਵਿਜ਼ਨ ਹੈਗਾ ਇਕੁਆਲਿਟੀ ਦਾ, ਲਿਬਰਟੀ ਦਾ, ਫਰਟਰਨਿਟੀ ਦਾ, ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਹੁਣੀ ਕਿਹਾ ਹੈਗਾ, ਹੁਣ ਆਪਾਂ ਕਿੱਦਾਂ ਇੰਪਲੀਮੈਂਟ ਕਰ ਸਕੀਏ। ਅਤੇ ਇਸ ਗੱਲ ਲਈ ਮੈਂ ਇਹੀ ਗੱਲ ਕਹਾਂਗਾ ਅੱਜ ਕਿ ਸਾਰੇ ਸਾਥੀ ਜਿਹੜੇ ਆ, ਚੇਤਨਾ ਐਸੋਸੀਏਸ਼ਨ, ਸਾਡੀ ਸਿਸਟਰ ਆਰਗੇਨਾਈਜੇਸ਼ਨ, ਬ੍ਰਦਰ ਆਰਗੇਨਾਈਜੇਸ਼ਨ ਜਿੰਨੀਆਂ ਵੀ ਹੈਗੀਆਂ, ਕਮਿਊਨਿਟੀ ਆਰਗੇਨਾਈਜੇਸ਼ਨ ਆ, ਇੰਸਟੀਟਿਊਸ਼ਨਸ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਪਿਛਲੇ 3 ਸਾਲਾਂ ਤੋਂ ਸਾਥ ਦਿੱਤਾ ਅਤੇ ਸਾਨੂੰ ਇੱਕ ਏਜੰਡਾ ਬਣਾਉਣ ਦੇ ਲਈ ਹੈਲਪ ਕੀਤੀ, ਅਤੇ ਉਹ ਏਜੰਡੇ 'ਤੇ ਅੱਜ ਗੱਲ ਹੋ ਰਹੀ ਹੈ ਅਤੇ ਇੱਕ ਵਧੀਆ ਰਿਜ਼ਲਟ ਵੀ ਆ ਰਿਹਾ ਹੈਗਾ। ਇਹ ਮੈਂ ਕਹਿਣਾ ਚਾਹਾਂਗਾ। ਦੂਸਰੀ ਗੱਲ ਇਹ ਮੈਂ ਕਹਿਣਾ ਚਾਹਾਂਗਾ ਕਿ ਮਾਰਚ ਵੀ ਇੱਕ ਵਧੀਆ ਮਹੀਨਾ, ਜਿੱਦਾਂ ਮਾਰਚ ਦੇ ਵਿੱਚ ਇੰਟਰਨੈਸ਼ਨਲ ਵੂਮਨ ਡੇ ਦੀ ਵੀ ਆਪਾਂ ਗੱਲ ਕਰਦੇ ਹਾਂ, ਜੀ ਸੋਲੀਡੇਰਿਟੀ ਦੀ ਗੱਲ ਹੈ। ਮਾਰਚ 21 ਜਿਹੜਾ ਆ ਰਿਹਾ ਹੈਗਾ ਉਹ ਐਲੀਮੀਨੇਸ਼ਨ ਡੇ ਫॉर ਰੇਸਿਜ਼ਮ ਹੈ, ਅਤੇ ਅਸੀਂ ਇਸ ਕੈਂਪੇਨ ਦੇ ਵਿੱਚ ਕਾਸਟਿਜ਼ਮ ਵੀ ਐਡ ਕੀਤੀ। ਹੁਣ ਮਾਰਚ 21 ਨੂੰ ਆਪਾਂ ਆਬਜ਼ਰਵ ਕਰਾਂਗੇ ਵੀ ਜਿਹੜਾ ਅਸੀਂ ਰੇਸਿਜ਼ਮ ਦੀ ਗੱਲ ਕਰਦੇ ਹਾਂ ਉਹਨੂੰ ਐਲੀਮੀਨੇਟ ਕਰਨਾ ਚਾਹੁੰਦੇ, ਨਾਲ ਕਾਸਟਿਜ਼ਮ ਨੂੰ ਵੀ ਕਰਨਾ ਚਾਹੁੰਦੇ ਹਾਂ। ਫਿਰ ਅਪ੍ਰੈਲ ਜਿਹੜਾ ਮੈਂ ਕਹਾਂਗਾ ਗ੍ਰੈਂਡ ਫਿਨਾਲੇ ਹੈ, ਕਿਉਂਕਿ ਉਦੋਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ। ਵਿਸਾਖੀ ਦਾ ਦਿਨ ਵੀ ਆ ਰਿਹਾ ਜਦੋਂ ਖਾਲਸਾ ਪੰਥ ਹੋਏ ਸੀਗੇ। ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਉਹਨਾਂ ਦਾ ਵੀ ਜਨਮ ਦਿਨ ਆ ਰਿਹਾ, ਜਿਹਨੂੰ ਇਕੁਆਲਿਟੀ ਡੇ 'ਤੇ ਮਨਾਇਆ ਜਾ ਰਿਹਾ। ਮੇਰੇ ਖਿਆਲ ਦੇ ਵਿੱਚ ਉਹ April 20 ਦਾ ਮਹੀਨਾ ਜਿਹੜਾ ਨਾ ਵਿਸਾਖੀ ਦਾ ਅਤੇ ਬਾਬਾ ਸਾਹਿਬ ਡਾਕਟਰ ਹੁਣ ਆਪਾਂ ਇੱਕ ਵਧੀਆ ਤਰੀਕੇ ਦੇ ਨਾਲ ਸੈਲੀਬ੍ਰੇਟ ਕਰ ਸਕਦੇ, ਓਬਜ਼ਰਵ ਕਰ ਸਕਦੇ ਹਾਂ। ਅਵੇਅਰਨੈਸ ਵੀ ਕਰ ਸਕਦੇ ਹੈਗੇ। ਬਹੁਤ ਸੋ ਸਾਡੀ ਕਮਿਊਨਿਟੀ ਤੋਂ ਸਟਾਰਟ ਹੁੰਦਾ ਅਤੇ ਤੁਸੀਂ ਹਮੇਸ਼ਾ ਜਿਹੜਾ ਬਹੁਤ ਜ਼ਿਆਦਾ ਇਨੀਸ਼ੀਏਟਿਵ ਲੈਂਦੇ, ਕਿਉਂਕਿ ਇੱਦਾਂ ਦੇ ਪ੍ਰੋਗਰਾਮ ਕਰਨੇ ਸੌਖੇ ਨਹੀਂ ਹੁੰਦੇ, ਪਰ ਉਹਦੇ ਲਈ ਤੁਸੀਂ ਬਹੁਤ ਜ਼ਿਆਦਾ ਜਿਹੜਾ ਹਾਰਡ ਵਰਕ ਕਰਦੇ ਆ, ਸਾਰਿਆਂ ਨੂੰ ਇੱਕੋ ਪੈਨਲ ਦੇ ਵਿੱਚ ਲੈ ਕੇ ਆਉਂਦੇ ਆ, ਇੱਕੋ ਛੱਤ ਥੱਲੇ ਲੈ ਕੇ ਆਉਂਦੇ ਆ, ਤਾਂ ਕਿ ਸਾਡੀ ਸੁਸਾਇਟੀ ਜਿਹੜੀ ਉਹ ਹੋਰ ਖੂਬਸੂਰਤ ਬਣੇ। ਸੋ ਤੁਹਾਡਾ ਇੱਕ ਵਾਰੀ ਫਿਰ ਤੋਂ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਐਂਡ ਇਨ ਐਡਵਾਂਸ ਜੋ ਵਿਸਾਖੀ ਦਾ ਦਿਨ ਆ ਰਿਹਾ, ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਦਿਹਾੜਾ ਆ ਰਿਹਾ, ਆਪਾਂ ਉਸ ਗੱਲ ਦੀ ਵੀ ਵਧਾਈ ਦਿੰਦੇ ਹਾਂ। ਲੈਟਸ ਸੈਲੀਬ੍ਰੇਟ, ਲੈਟਸ ਆਲਸੋ ਸੈਲੀਬ੍ਰੇਟ ਦੀ ਅਕੰਪਲਿਸ਼ਮੈਂਟਸ of many people. Thank you. Thank you, Mr. Reddy. Thank you. So much. We have MLA from City Center, Amna Shah. Let's welcome. Amna, welcome. Thank you so much for having me. I'm so pleased to be here today. We are here in UBC and ACE is going on. So ACE is a conference where gender equality and caste barriers, they are talking about the removal of caste and everything. What's your point of on? Yeah, so I think this is an incredibly important gathering here where it's a meeting of intellectual minds, it's a meeting of lived experiences, where we talk about the harmful impacts of the caste system, and that's something that is prevalent in our communities. It's not just limited to the South Asian community, there are many communities across the world that have such a system, and so for us to get our heads together and try and figure out how we can protect individuals who are currently facing negative and harmful experiences as a result of the caste system here in Canada and here in British Columbia is absolutely crucial. So, our government's position is quite clear. Caste-based discrimination is discrimination, and there are landmark cases that signify the court's rulings on these, but we need to find a better way to really capture this phenomenon of caste discrimination within our community
communities and tackle it head on. As you know, we had a discussion about the Human Rights Code last week in the BC legislature. It was a bit shocking for me to see that we had members of the opposition who were debating the importance of the Human Rights Code, and also the fact that that there are explicitly stated protected grounds, and so we're going to continue fighting that battle. We passed that motion with all of our members on our side of the House, and we're going to continue to reaffirm our commitment to human rights for every British Columbian here in this province. You think government should make a program to make awareness to the community, because we need awareness in our community? Absolutely, and we have programs through our province. We also have our anti-racism action plan that's going to come out in June of this year, which is going to address a number of items much needed, and then we're going to have ministries that will have 2 years to implement all of those plans. So really looking forward to some of that work. But I want to make it very clear, there is no form of discrimination that is acceptable in this province. And to protect individuals, we have our anti-racism incident hotline, and encourage everybody who has experienced any form of hatred to contact this line, report what they have experienced, and then receive the supports that they need to heal. Any message to our community today? Yeah, I just am so pleased to get to be able to do this work every single day, but that work cannot happen without you. Our government's work cannot happen without you. And so I want to give a big shout out to the Chetna Association. I want to give a big shout out to Dr. Birdi and all of the amazing individuals here at today's symposium. It is this type of work that matters in our province. I encourage everyone to participate in that. Thank you, Amna. Thank you so Thank much. you. Keep up the good work. I appreciate it. ਜਦੋਂ ਅਸੀਂ ਸਾਡੇ ਪੰਜਾਬੀ ਕੌਮ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਬਹੁਤ ਸਾਰਾ ਨਾਮਣਾ ਖੱਟਿਆ, ਤੇ ਨਾਮਣਾ ਖੱਟਣ ਤੋਂ ਬਾਅਦ ਉਹ ਹੁਣ ਕਮਿਊਨਿਟੀ ਦੇ ਲਈ ਕੰਮ ਕਰਦੇ ਨੇ, ਕਮਿਊਨਿਟੀ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਕੰਮ ਕਰਦੇ ਨੇ, ਅਵੇਅਰਨੈਸ ਦੇ ਲਈ ਕੰਮ ਕਰਦੇ ਨੇ, ਬੁੱਕਸ ਲਿਖਦੇ ਨੇ, ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ। ਤੇ ਸਾਡੇ ਸਾਬਕਾ ਪ੍ਰੀਮੀਅਰ ਉਜਲ ਦੋਸਾਂਝ ਮੇਰੇ ਨਾਲ ਨੇ, ਤੇ ਅੱਜ ਇਸ ਦਾ ਜਿਹੜਾ ਪ੍ਰੋਗਰਾਮ ਹੋ ਰਿਹਾ UBC ਦੇ ਵਿੱਚ। ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਮਿਸਟਰ ਦੋਸਾਂਝ, ਵੈਲਕਮ। Thank you. How are you doing today? I'm doing all right, I think, for an 80-year-old. Soon to be 80. So today ਅਸੀਂ ਕਾਸਟ ਦੀ ਗੱਲ ਕਰ ਰਹੇ ਹਾਂ, ਰਿਲੀਜਨ ਦੀ ਗੱਲ ਕਰ ਰਹੇ ਹਾਂ, in British Columbia, in Canada, in 2026. It's surprising ਕਿ ਸਾਨੂੰ ਅਜੇ ਵੀ ਅਵੇਅਰਨੈਸ ਦੀ ਲੋੜ ਹੈ। ਸਾਨੂੰ ਅਸੀਂ ਤਾਂ ਜਿਹੜੇ ਹਿੰਦੁਸਤਾਨ ਤੋਂ ਆਏ ਆ ਲੋਕ, ਜਾਂ ਸਾਊਥ ਏਸ਼ੀਆ ਤੋਂ ਆਏ ਆ, ਸਾਨੂੰ ਤਾਂ ਪਤਾ, ਕਿਉਂਕਿ ਜੇ ਉੱਥੇ ਜੰਮੇ ਪਲੇ ਆ, ਸਾਨੂੰ ਜਾਤ ਪਾਤ ਦਾ ਪਤਾ ਕਿ ਰਿਐਲਿਟੀ ਹੈ, ਸੱਚਾਈ ਆ, ਇਹ ਗਈ ਨਹੀਂ ਅਜੇ। ਜਦੋਂ ਇੱਥੇ ਆ ਜਾਂਦੇ ਆ ਤਾਂ ਫਿਰ ਅਸੀਂ ਕਈ ਲੋਕ ਇਹ ਸਮਝਦੇ ਆ ਕਿ ਜਾਤ ਪਾਤ ਪਿੱਛੇ ਰਹਿ ਗਈ, ਨਾਲ ਨਹੀਂ ਆਈ ਹੈ, ਲੇਕਿਨ ਉਹ ਸਾਡੀ ਜ਼ਿੰਦਗੀ ਦੇ ਕਿਣ ਦੇ ਵਿੱਚ ਫਸੀ ਹੋਆ, ਅਤੇ ਉਹ ਸਾਡੇ ਨਾਲ ਹੀ ਆਈ ਹੈ, ਅਤੇ ਅਸੀਂ ਉਹਨੂੰ ਛੱਡ ਨਹੀਂ ਸਕਦੇ ਸਾਡੇ ਵਿੱਚੋਂ ਬਹੁਤ ਸਾਰੇ। ਅਤੇ ਜਿਹੜੀ ਇਸ ਸੰਸਥਾ ਦੀ ਲੜਾਈ ਆ ਉਹ ਇਹ ਆ ਵੀ ਇਹ ਜਿਹੜੀ ਜਾਤ ਪਾਤ ਦਾ ਰਿਐਲਿਟੀ ਆ, ਇਹਨੂੰ ਜਿਹੜੀ ਇੱਥੋਂ ਦਾ ਲੈਜਿਸਲੇਸ਼ਨ ਆ ਉਹਦੇ ਵਿੱਚ ਰੈਕਗਨਾਈਜ਼ ਕੀਤਾ ਜਾਵੇ। ਅਤੇ ਮੈਂ ਇਹਦੇ ਨਾਲ ਸਹਿਮਤ ਹਾਂ, ਕਿਉਂਕਿ ਸਾਡੀ ਕਮਿਊਨਿਟੀ ਦੇ ਅੰਦਰ ਇਹਨਾਂ ਗੱਲਾਂ ਦੇ ਉੱਤੇ ਅਜੇ ਵੀ ਬੜਾ ਡਿਸਕ੍ਰਿਮੀਨੇਸ਼ਨ ਹੋ ਰਿਹਾ, ਕੰਮਕਾਰਾਂ ਦੇ ਵਿੱਚ ਵੀ। ਅਤੇ ਮੈਂ ਸਮਝਦਾ ਇਹ ਬੜੀ ਚੰਗੀ ਗੱਲ ਹੈ ਇਹਨਾਂ ਦਾ ਉੱਦਮ ਕਿ ਕਾਨੂੰਨ ਦੇ ਵਿੱਚ ਦਰਜ ਕੀਤਾ ਜਾਵੇ, ਜਿੱਦਾਂ ਰੇਸਿਜ਼ਮ ਦਾ ਵੀ, ਜਿਹੜੇ ਰੰਗਦਾਰ ਲੋਕ ਉਹਨਾਂ ਦੇ ਖਿਲਾਫ ਰੇਸਿਜ਼ਮ ਨਾ ਹੋਵੇ, ਇੱਦਾਂ ਹੀ ਜਿਹੜੇ ਕਾਸਟ ਦੇ ਆਧਾਰ 'ਤੇ ਵਿਤਕਰਾ ਉਹ ਵੀ ਮਨ੍ਹਾ ਹੋਣਾ ਚਾਹੀਦਾ ਕਾਨੂੰਨੀ ਤੌਰ 'ਤੇ। ਸੋ ਦੈਟਸ ਵਾਈ ਆਈ ਐਮ ਹੇਅਰ। ਜੀ ਬਿਲਕੁਲ। ਸੋ 2 ਦਿਨਾਂ ਦੀ ਇਹ ਕਾਨਫਰੰਸ ਕਹਿ ਲਓ ਸੀਗੀ, ਜਿਸ ਦੇ ਵਿੱਚ ਪੈਨਲਿਸਟ ਪਹੁੰਚੇ ਹੋਏ ਸੀ। ਸੋ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਉਹ ਰੱਖੇ ਹੈਗੇ ਆ। ਸੋ ਅਵੇਅਰਨੈਸ ਇੱਕ ਗਰੁੱਪ ਦੇ ਵਿੱਚ ਨਹੀਂ, ਸਾਡੀ ਸਾਰੀ ਕਮਿਊਨਿਟੀ ਨੂੰ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਕਿ ਗਵਰਨਮੈਂਟ ਨੂੰ ਵੀ ਇਹਦੇ ਲਈ ਕੋਈ ਨਾ ਕੋਈ ਕਦਮ ਉਠਾਉਣੇ ਚਾਹੀਦੇ ਆ ਫॉर ਅਵੇਅਰਨੈਸ ਓਨਲੀ? ਦੇਖੋ, ਗਵਰਨਮੈਂਟ ਅਵੇਅਰਨੈਸ ਲਈ ਘੱਟੇ ਹੀ ਕਦਮ ਉਠਾਉਂਦੀ ਹੁੰਦੀ ਹੈ ਜੇ ਉਹ ਇਹੀ ਕਰ ਦੇਣ ਟੂ ਬਿਗਿਨ ਵਿਦ ਕਿ ਜਿੰਨੀਆਂ ਪ੍ਰੋਟੈਕਟਡ ਗਰਾਊਂਡਸ ਆ, ਰੇਸ, ਜੈਂਡਰ ਵਗੈਰਾ, ਉਹਦੇ ਵਿੱਚ ਨਾਲ ਕਾਸਟ ਵੀ ਐਡ ਕਰ ਦੇਣ ਪ੍ਰੋਟੈਕਟਡ ਗਰਾਊਂਡਸ ਦੇ ਵਿੱਚ, ਤਾਂ ਉਹਦੇ ਨਾਲ ਹੀ ਆਪਣੇ ਆਪ ਬਹੁਤ ਸਾਰੀ ਪਬਲਿਸਿਟੀ ਮਿਲ ਜਾਣੀ ਹੈ ਅਤੇ ਲੋਕਾਂ ਨੂੰ ਅਵੇਅਰਨੈਸ ਮਿਲ ਜਾਣੀ ਹੈ। ਅਤੇ ਸਾਨੂੰ ਅਵੇਅਰਨੈਸ ਲਿਆਉਣ ਦੀ ਲੋੜ ਨਹੀਂ ਹੈ, ਜਿਹੜੀ ਲਾਰਜਰ ਸੁਸਾਇਟੀ ਆ ਉਹਨੂੰ ਅਵੇਅਰਨੈਸ ਦੀ ਲੋੜ ਹੈ। ਕੋਈ ਜਦੋਂ ਕੋਈ ਵਿਅਕਤੀ ਕਹਿੰਦਾ ਕਿ ਮੇਰੇ ਨਾਲ ਕਾਸਟ ਦੇ ਆਧਾਰ 'ਤੇ ਵਿਤਕਰਾ ਹੋ ਰਿਹਾ, ਅਤੇ ਉਹ ਕਿਸੇ ਨੌਨ ਸਾਊਥ ਏਸ਼ੀਅਨ ਨੂੰ ਕਹਿੰਦਾ, ਉਹਨੇ ਕਹਿਣਾ ਇਹ ਕੀ ਗੱਲ ਕਰਦਾ ਹੈ। ਸੋ ਜਦੋਂ ਕਾਸਟ ਉੱਥੇ ਦਰਜ ਹੋ ਗਈ ਕਾਨੂੰਨ ਦੇ ਵਿੱਚ, ਉਦੋਂ ਮੇਰੇ ਖਿਆਲ ਅਵੇਅਰਨੈਸ ਦੀ ਕੈਂਪੇਨ ਸ਼ੁਰੂ ਹੋ ਜਾਏਗੀ। ਦੈਟਸ ਟਰੂ, ਦੈਟ ਵੈਰੀ ਵੈਲ ਸੈਡ। ਕੀ ਮੈਸੇਜ ਹੈ ਸਾਡੇ ਵਿਊਅਰਸ ਨੂੰ ਜਿਹੜੇ ਦੇਖ ਰਹੇ ਨੇ? ਕਾਸਟ ਦੇ ਖਿਲਾਫ ਲੜਨਾ ਚਾਹੀਦਾ,
ਥੈਂਕ ਯੂ ਸੋ ਮਚ ਥੈਂਕ ਯੂ ਮੇਰੇ ਨਾਲ ਨੇ ਰਮਿੰਦਰ ਦਸਾਂਝ ਆਓ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਵੈਲਕਮ Thank you. What would you like to say about today's event? Well, I think it's a very important issue that our community needs to deal with. There are some subjects that are not talked about in the community. And I founded the India Mahila Association in 1973. And when I come here, I've been to their functions before, it resonates with me. I remember those times when we started. People never talked about women's issues. And even now, to this day, there are issues, at least the people are talking about women's issues, violence against women and many other issues about the status of women in our society and particularly in our community. But we don't talk about caste, we don't talk about homosexuality. We want our rights, but we are silent when it comes to other people's rights. So I think it is very important. People need to get more involved. People need to think about what we're doing and how we're treating other people. Times have changed and we need to change. We need to change our thinking. ਬਿਲਕੁਲ ਇਹ ਬਹੁਤ ਸੋਹਣਾ ਕਿਹਾ ਤੁਸੀਂ ਥੈਂਕ ਯੂ ਸਾਡੇ ਨਾਲ ਗੱਲ ਕਰਨ ਦੇ ਲਈ ਤੇ ਇੱਥੇ ਪਹੁੰਚਣ ਦੇ ਲਈ ਥੈਂਕ ਯੂ ਸੋ ਮਚ Thank you very much. ਇਸ 2026 ਤੇ ਮੇਰੇ ਨਾਲ ਨੇ ਓਮ ਪ੍ਰਕਾਸ਼ ਜੀ ਲੈਟਸ ਵੈਲਕਮ ਓਮ ਪ੍ਰਕਾਸ਼ ਜੀ ਵੈਲਕਮ Thank you so much. My name is Om Prakash B.K. Gahatraj. I am the advisor of Sayatra International, Canada. Also the author of Fighting the Blemish of Caste, A History of Dalit Movement in Nepal, which was just have been the launching yesterday in this program. Oh, okay. So this program happened yesterday and today as well. What you want to say about this event particularly? This event is very important for us, particularly for Dalit activists, human rights activists, civil rights activists who are representing the mass people who are suffering from the caste-based discrimination and who are suffering, who are deprived from the national resources of their respective countries. So this program is very important to gain many knowledge and the resolution and ways out. So many intellectuals, researchers, academicians, leaders, parliamentarians, they have attended this program. When we got this opportunity to convey our problem and to table our problem in front of them, they may suggest us the ways to escape from this problem. And in their respective parliament or in their respective legislature, they can put our problem in their one field and give suggestion to our respective countries' authorities that you think over this problem and make some strong provision to bring them up to the average level of the nation. Any message to our viewers for today? Pardon? Any message to our viewers today? Any message? Yeah. I have a message to all our viewers and good wishers of the backward committees, good wishers of the downtrodden people. I have a message to the viewers that you all the people give positive attitude to the downtrodden people of all over the world, so that your attitude will encourage us, help us, enhance us to go ahead to fight against the untouchability and caste-based discrimination. Thank you so much. Thank you once again. Thank you. Dr. Ambedkar Symposium on Emancipation, which is ASE 2026 ਜਿਹੜਾ ਕਿ 2023 ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋਇਆ ਤੇ ਉਸ ਪੱਧਰ ਨੂੰ ਬਰਕਰਾਰ ਰੱਖਦੇ ਹੋਏ 2026 ਦੇ ਵਿੱਚ ਵੀ ਇਹ 2 ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਕਾਸਟ ਨੂੰ ਲੈ ਕੇ ਸੋਸ਼ਲ ਤੇ ਇਕਨੋਮਿਕ ਬੈਰੀਅਰਸ ਦੀ ਗੱਲਬਾਤ ਹੋ ਰਹੀ ਹੈ ਤੇ 2026 ਚ ਵੀ ਅਸੀਂ ਇਹ ਗੱਲਬਾਤ ਕਰਨੀ ਹੈ ਇਹ ਸੁਣ ਕੇ ਯਕੀਨ ਨਹੀਂ ਹੁੰਦਾ ਪਰ ਜਿੱਥੇ ਲੋਕਲ ਐਮਐਲਏਜ਼ ਪਹੁੰਚੇ ਹੋਏ ਨੇ ਜਿੱਥੇ ਭਾਰਤ ਤੋਂ ਡਾਕਟਰ ਅੰਬੇਦਕਰ ਬਾਬਾ ਸਾਹਿਬ ਦੇ ਪੜਪੋਤੇ ਪਹੁੰਚੇ ਹੋਏ ਨੇ ਗ੍ਰੇਟ ਗ੍ਰੈਂਡਸਨ ਪਹੁੰਚੇ ਹੋਏ ਨੇ ਤੇ ਇਸ ਦੇ ਨਾਲ ਬਹੁਤ ਸਾਰੇ ਸਪੀਕਰ ਤੇ ਬਾਬਾ ਸਾਹਿਬ
ਦੀਆਂ ਗੱਲਾਂ ਦੇ ਉੱਤੇ ਚੱਲਣ ਵਾਲੇ ਲੋਕ ਪਹੁੰਚੇ ਹੋਏ ਨੇ ਤੇ ਸਾਰੇ ਚਾਹੁੰਦੇ ਨੇ ਕਿ ਇਹ ਕਾਸਟ ਨੂੰ, ਰਿਲੀਜਨ ਨੂੰ, ਜੈਂਡਰ ਨੂੰ, ਇਹ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਇਕੁਐਲਿਟੀ ਦੀ ਗੱਲ ਕੀਤੀ ਜਾਵੇ, ਇਕੁਐਲਿਟੀ ਪ੍ਰੋਵਾਈਡ ਕੀਤੀ ਜਾਵੇ। ਸੋ ਉਸ ਦੇ ਉੱਤੇ ਇਹ ਸੈਸ਼ਨ ਹੋਇਆ। ਸੋ ਆਓ ਅਸੀਂ ਵੀ ਰਲ ਕੇ ਮਨੁੱਖਤਾ ਦੇ ਲੈਸਨ ਦੇ ਉੱਤੇ ਚੱਲੀਏ, ਮਨੁੱਖਤਾ ਦੀ ਗੱਲ ਕਰੀਏ, ਕਿਉਂਕਿ ਮਨੁੱਖਤਾ ਦੀ ਗੱਲ ਹੀ ਇਸ ਪ੍ਰੋਗਰਾਮ ਦੇ ਵਿੱਚ ਹੁੰਦੀ ਹੈ। ਚੇਤਨਾ ਫਾਊਂਡੇਸ਼ਨ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਦੇ ਵੱਲੋਂ ਹਰ ਵਾਰ ਇਸ ਤਰ੍ਹਾਂ ਦਾ ਕੋਈ ਸਟੈਪ ਚੱਕਿਆ ਜਾਂਦਾ, ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਕਰਵਾਇਆ ਜਾਂਦਾ ਜਿੱਥੇ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਅਵੇਅਰਨੈਸ ਮਿਲਦੀ ਰਹੇ ਜੈ ਬਿਰਦੀ, ਤੇ ਇਸ ਦੇ ਨਾਲ ਨਾਲ ਇਹਨਾਂ ਦੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ।